इंडिया ख्यापी 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 24 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। स्वागत करते हैं डॉक्टर साहब का। डॉक्टर साहब प्रोग्राम च तुहाडा स्वागत है जी। शुभ सवेर जी बिल्कुल। अज वैसे शुभ सवेर ही है जो स्टूडियो की खिड़की तो बाहर आपां एक झात मारदे हां। डॉक्टर साहब तुसीं जसविंदर सिंह बिट्टा दे नाल गलबात कर रहे सी जथेदार दे बयान ते जिहदे विच उन्हां ने सिखां नूं हथियार रखण दे लई कहा ते ਇਹਦੇ ਵਿੱਚ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਕਿਉਂਕਿ ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ਦਾ ਐਸਜੀਪੀਸੀ ਪ੍ਰਧਾਨ ਨੇ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਜਥੇਦਾਰ ਨੇ ਬਿਆਨ ਜਿਹੜਾ ਸੋਚ ਸਮਝ ਕੇ ਦਿੱਤਾ ਤੇ ਇਹਦੇ ਵਿੱਚ ਗਲਤ ਵੀ ਕੀ ਆ। ਦੇਖੋ ਜਿਹੜੀ ਲਾਇਸੈਂਸਡ ਹਥਿਆਰ ਰੱਖਣ ਦੀ ਗੱਲ ਹੈ ਹੈਗੀ ਪਿਸਤੌਲ ਰਿਵਾਲਵਰ ਗਨਜ਼ ਰੱਖਣ ਦੀ ਗੱਲ। ਉਹਦੇ ਬਾਰੇ ਚਿੰਤਾ ਵਾਲੀ ਗੱਲ ਇਹ ਆ ਕਿ ਜਿਹੜੇ ਲਾਇਸੈਂਸਡ ਹਥਿਆਰ ਦੁਨੀਆ ਦੇ ਵਿੱਚ ਰੱਖਦੇ ਆ ਸਭ ਤੋਂ ਪਹਿਲਾਂ ਉਹ ਲਾਇਸੈਂਸ ਹਥਿਆਰ ਦੇ ਨਾਲ ਆਤਮ ਹੱਤਿਆ ਕਰਦੇ ਆ। ਜੇ ਤੁਹਾਡੇ ਘਰ ਗਨ ਪਈ ਆ ਰਿਵਾਲਵਰ ਪਿਆ ਪਿਸਤੌਲ ਪਿਆ ਉਹਦੇ ਵਿੱਚ 2 ਮੌਤਾਂ ਹੁੰਦੀਆਂ ਆਤਮ ਹੱਤਿਆ ਨਾਲ, ਇੱਕ ਹੋਮੋਸਾਈਡ ਯਾਨੀ ਦੂਸਰੇ ਦਾ ਕਤਲ। ਦੂਸਰਾ ਬੰਦਾ ਕੌਣ ਹੈ ਜਿਹਦਾ ਕਤਲ ਕਰਦੇ ਆ? ਆਪਣੀਆਂ ਧਰਮ ਪਤਨੀਆਂ ਦਾ, ਆਪਣੀਆਂ ਗਰਲਫ੍ਰੈਂਡ ਦਾ। ਔਰਤਾਂ ਜ਼ਿਆਦਾ ਸ਼ਿਕਾਰ ਹੁੰਦੀਆਂ। ਡਾਕਟਰ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀ ਕਿ ਜਿਹੜਾ ਬਿਆਨ ਦਿੱਤਾ ਸੀ ਜਥੇਦਾਰ ਨੇ ਕਿਹਾ ਸੀ ਕਿ ਲਾਇਸੈਂਸੀ ਹਥਿਆਰ ਜਿਹੜੇ ਹੈਗੇ ਆ ਵੀ ਉਹ ਰੱਖਣੇ ਚਾਹੀਦੇ ਆ ਸਾਰਿਆਂ ਨੂੰ, ਸਿੱਖਾਂ ਨੂੰ ਖਾਸ ਕਰਕੇ। ਤੇ ਇਹਦੇ ਤੇ ਫਿਰ ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ਦਾ ਸਮਰਥਨ ਕੀਤਾ ਹਰਜਿੰਦਰ ਸਿੰਘ ਧਾਮੀ ਨੇ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੋਈ ਹੁਕਮਨਾਮਾ ਤਾਂ ਨਹੀਂ ਜਾਰੀ ਕੀਤਾ, ਉਹਨਾਂ ਨੇ ਤਾਂ ਆਪਣਾ ਇੱਕ ਸੁਝਾਅ ਦਿੱਤਾ ਤੇ ਉਹਨਾਂ ਨੇ ਲਾਇਸੈਂਸੀ ਹਥਿਆਰ ਕਹੇ ਨੇ। ਉਹਨਾਂ ਨੇ ਕਿਹਾ ਕਿ ਬਾਕੀ ਸਰਕਾਰ ਨੂੰ ਅਧਿਕਾਰ ਹੈ ਕਿ ਕਿਸ ਨੂੰ ਹਥਿਆਰ ਦਾ ਲਾਇਸੈਂਸ ਦੇਣਾ ਤੇ ਕਿਸ ਨੂੰ ਨਹੀਂ ਦੇਣਾ। ਇਹ ਉਹ ਬੰਦੇ ਆ ਜਿਨ੍ਹਾਂ ਨੇ ਅੱਖਾਂ ਤੇ ਇੱਕ ਪੱਟੀ ਬੰਨੀ ਹੈ, ਕਦੇ ਕੋਈ ਸੋਚਣਾ ਨਹੀਂ, ਮਤਲਬ ਇਹਨਾਂ ਨੇ ਸਹੁੰ ਖਾਧੀ ਹੈ ਵੀ ਅਸੀਂ ਸੋਚਣਾ ਨਹੀਂ। ਮੈਂ ਇੱਕ ਵਾਰੀ ਐਡਵੋਕੇਟ ਧਾਮੀ ਸਾਹਿਬ ਨੂੰ ਪੁੱਛਿਆ ਉੱਥੇ ਕਿ ਸਿੱਖਾਂ ਦੀ ਪਾਪੂਲੇਸ਼ਨ ਹੁਣ ਜਿਹੜੀ ਸੈਂਸਸ 2021 ਦੇ ਵਿੱਚ ਹੋਈ ਆ ਉੱਥੇ ਹੁਣ ਘਟੀ ਜਾਂਦੀ ਹੈ। ਪਹਿਲਾਂ ਇੱਕ ਜ਼ਮਾਨਾ ਹੁੰਦਾ ਸੀ 65% ਸੀ, ਹੁਣ 57% ਤੋਂ ਘਟ ਗਏ ਪੰਜਾਬ ਦੇ ਵਿੱਚ। ਤੇ ਇਹ ਜ਼ਿਆਦਾ ਇਸ ਕਰਕੇ ਹੋ ਰਹੀ ਕਿ ਭਰੂਣ ਹੱਤਿਆ ਹੋ ਰਹੀ। ਉਹ ਕਹਿੰਦੇ ਜੀ ਅਸੀਂ ਇਦਾਂ ਦੀਆਂ ਗੱਲਾਂ ਬਾਰੇ ਸੋਚਦੇ ਨਹੀਂ ਹੁੰਦੇ। ਮੈਂ ਕਿਹਾ ਜੇ ਸਿੱਖਾਂ ਦੀ ਸੰਸਥਾ ਦਾ ਜਿਹੜਾ ਚੀਫ ਹੈ ਉਹ ਮੈਨੂੰ ਇਹ ਜਵਾਬ ਦੇ ਰਿਹਾ ਵੀ ਅਸੀਂ ਇਦਾਂ ਦੀਆਂ ਗੱਲਾਂ ਬਾਰੇ ਸੋਚਦੇ ਨਹੀਂ। ਹੁਣ ਤੁਸੀਂ ਹਥਿਆਰ ਜਿਹੜੀ ਗੱਲ ਕਰਦੇ ਆ, ਮੈਂ ਤੁਹਾਨੂੰ ਦੱਸਿਆ ਕਿ 2 ਬੰਦੇ ਜਿਹੜੇ ਤੁਸੀਂ ਗਨ ਰੱਖਦੇ ਆ 3 ਮੌਤਾਂ ਹੁੰਦੀਆਂ ਤਾਂ 2 ਬੰਦੇ ਆਤਮ ਹੱਤਿਆ ਕਰਦੇ। ਮਤਲਬ ਤੁਸੀਂ ਸਿੱਖਾਂ ਨੂੰ ਇਹ ਕਹਿੰਦੇ ਕਿ ਤੁਸੀਂ ਮਰੋ, ਦੱਸਦੇ ਆ ਵੀ ਤੁਸੀਂ ਹਥਿਆਰ ਰੱਖੋ ਤਾਂ ਤੁਹਾਨੂੰ ਸੁਸਾਈਡ ਕਰਨ ਲਈ, ਤੁਹਾਨੂੰ ਆਤਮ ਹੱਤਿਆ ਕਰਨ ਲਈ ਬਹੁਤ ਮਤਲਬ ਸਹੂਲੀਅਤ ਹੈ ਘਰ ਦੇ ਵਿੱਚ, ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਅੱਛਾ, ਉਸ ਤੋਂ ਬਾਅਦ ਉਹ ਮਾਰਦੇ ਆ, ਜਿਹੜਾ ਹੋਮੋਸਾਈਡ ਕਰਦੇ ਆ ਉਹਦੇ ਵਿੱਚ ਉਹਨਾਂ ਨੇ ਆਪਣੀ ਪਤਨੀ ਨੂੰ ਮਾਰਨਾ ਜਾਂ ਗਰਲਫ੍ਰੈਂਡ ਜਿਹੜੀ ਵੀ ਜੋ ਵੀ ਹੋਵੇ ਉਹਨੂੰ ਮਾਰਨਗੇ। ਹੁਣ ਜਿਹੜੇ ਇਹ ਹਥਿਆਰ ਆ ਇਹ ਰੱਖਣੇ ਕਿਉਂ, ਕਿਹਦੇ ਖਿਲਾਫ ਹੈ? ਜੇ ਗੁਰੂ ਨੇ ਸਾਨੂੰ ਕਿਹਾ ਸੀ ਹਥਿਆਰ ਰੱਖਣ ਨੂੰ ਤਾਂ ਔਰੰਗਜ਼ੇਬ ਦੇ ਖਿਲਾਫ ਲੜਨ ਨੂੰ ਕਿਹਾ ਸੀ, ਜ਼ੁਲਮ ਦੇ ਤੇ ਜ਼ਬਰ ਦੇ ਖਿਲਾਫ ਜੀ। ਹੁਣ ਕੌਣ ਹੈ ਜਿਨ੍ਹਾਂ ਦੇ ਖਿਲਾਫ ਲੜਨਾ? ਕੀ ਤੁਸੀਂ ਜਿਹੜੇ ਗਰਭਪਾਤ ਦੇ ਵਿੱਚ ਆਪਣੀ ਬੇਟੀਆਂ ਮਾਰ ਰਹੇ ਉਹਨਾਂ ਦੇ ਖਿਲਾਫ ਹਥਿਆਰ ਵਰਤਣੇ? ਨਸ਼ਾ ਵੇਚ ਰਹੇ ਆ ਜਿਹੜੇ ਉਹਨਾਂ ਦੇ ਖਿਲਾਫ ਹਥਿਆਰ ਵਰਤਣੇ? ਇੱਥੇ ਹੋਰ ਤਾਂ ਹੋਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਬੇਅਦਬੀ ਸਿੱਖ ਬੰਦੇ ਨੇ ਜਿਹਨੂੰ ਫਖਰੇ ਕੌਮ ਕਹਿੰਦੇ ਆ ਉਹਨੇ ਕਰਵਾਈ। ਉਹਨੇ ਜਿਹੜੇ ਬੰਦੇ ਪ੍ਰੋਟੈਸਟ ਕਰ ਰਹੇ ਸੀ ਬੇਅਦਬੀ ਤੇ ਉਹਨਾਂ ਤੇ ਗੋਲੀਆਂ ਮਰਵਾਈਆਂ। ਕੀ ਉਹਨਾਂ ਦੇ ਖਿਲਾਫ ਇਹ ਹਥਿਆਰ ਵਰਤਣੇ? ਕੀ ਕਿਹੜੇ ਖਿਲਾਫ ਤੁਸੀਂ ਵਰਤਣੇ ਹਥਿਆਰ? ਜੀ ਡਾਕਟਰ ਸਾਹਿਬ, ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਹ ਦੱਸਣ ਦੀ ਅਪੀਲ ਕੀਤੀ ਕਿ ਕਿਉਂ ਸਿੱਖਾਂ ਨੂੰ ਲਾਇਸੈਂਸੀ ਤੇ ਜਿਹੜੇ ਮਾਡਰਨ ਹਥਿਆਰ ਰੱਖਣੇ ਚਾਹੀਦੇ ਆ, ਇਹਦੇ ਤੇ ਉਹਨਾਂ ਨੇ ਕਿਹਾ ਹੈਗਾ ਜੀ ਐਸਜੀਪੀਸੀ ਦੇ ਪ੍ਰਧਾਨ ਨੇ ਕਿ ਰਾਜਾ ਵੜਿੰਗ ਨੂੰ ਤਾਂ ਜਥੇਦਾਰ ਦੇ ਅਹੁਦੇ ਦਾ ਗਿਆਨ ਹੀ ਨਹੀਂ ਹੈਗਾ। ਐਡਵੋਕੇਟ ਧਾਮੀ ਨੂੰ
ਪਤਾ ਨਹੀਂ ਐਡਵੋਕੇਸੀ ਕਿੱਥੋਂ ਕੀਤੀ ਆ, ਰਾਜਸਥਾਨ ਤੋਂ ਲੈ ਕੇ ਆਏ ਆ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਲੋਕੀ ਸੋਚਦੇ ਆ, ਸਿਰ ਸੋਚਣ ਨੂੰ ਹੁੰਦਾ, ਪੱਗ ਬੰਨਣ ਨੂੰ ਨਹੀਂ ਹੁੰਦਾ ਇਕੱਲਾ। ਇਹ ਨਹੀਂ ਵੀ ਥਾਨ ਕੱਪੜਾ ਲੈ ਕੇ ਸਿਰ ਤੇ ਬੰਨ੍ਹ ਲਿਆ। ਅੱਜ ਜਗਮੀਤ ਸਿੰਘ ਨੇ ਬੰਨਿਆ ਹੀ ਆ, 2 ਥਾਨ ਬੰਨੇ ਆ ਉਹਨੇ। ਸਿੱਖਾਂ ਦੇ ਨਾਲ ਵਿਤਕਰਾ ਹੋਇਆ ਕਿਊਬੈਕ ਦੇ ਵਿੱਚ, ਇਸ ਬੰਦੇ ਦੀ ਹਿੰਮਤ ਨਹੀਂ ਪਈ ਵੀ ਉਹਦੇ ਬਾਰੇ ਸਵਾਲ ਵੀ ਕਰ ਜਾਵੇ। ਇੱਕ ਲੜਕੀ ਨੇ ਸਵਾਲ ਕੀਤਾ ਇਲੈਕਸ਼ਨ ਦੇ ਵੇਲੇ ਤੇ ਇਹਨੇ ਉਹਦੀ ਨਿਖੇਧੀ ਕੀਤੀ। ਹਾਂਜੀ, ਇਹੋ ਜਿਹਾ ਬੇਗੈਰਤ ਨੂੰ ਤੁਸੀਂ ਇੱਥੇ ਆ ਸਾਡੇ ਨਾਲ ਹੀ ਆ ਦਸ਼ਮੇਸ਼ ਦਰਬਾਰ ਵਾਲੇ, ਇਹਨਾਂ ਨੇ ਉਹਦੀ ਸਪੋਰਟ ਕੀਤੀ ਹੈ। ਇੱਕ ਸਵਾਲ ਤਾਂ ਪੁੱਛ ਕੇ ਦੇਖੋ ਉਹਨੂੰ ਵੀ ਤੂੰ ਕਿਉਂ ਨਹੀਂ ਖੜਿਆ ਸਿੱਖਾਂ ਲਈ। ਹਾਂਜੀ, ਸਟੈਂਡ ਹੀ ਨਹੀਂ ਲਿਆ, ਉਹਨਾਂ ਨੇ ਚੁੱਪ ਧਾਰੀ ਰੱਖੀ। ਉੱਥੇ ਜਿਹੜੇ ਲੋਕੀ ਜਾਂਦੇ ਆ ਉਹ ਸਵਾਲ ਕਰਨ ਕਿ ਤੁਸੀਂ ਉਹਦੀ ਮਦਦ ਕਰਦੇ ਸੀ, ਉਸ ਬੰਦੇ ਨੂੰ ਪੁੱਛੋ ਤਾਂ ਸਹੀ ਜੀ ਕਿ ਇਹ ਹੁਣ ਉਹਨਾਂ ਨੇ ਕਿਹਾ ਕਿ ਸਰਕਾਰੀ ਜਿਹੜਾ ਕੰਮ ਕਰਨਾ ਆ ਕੋਈ ਸਿੱਖ ਪੱਗ ਨਹੀਂ ਬੰਨ੍ਹ ਸਕਦਾ। ਹਾਂਜੀ, ਇੱਕ ਟੀਚਰ ਨੇ ਤਾਂ ਪੜਾਉਣਾ ਹੈ, ਚਾਹੇ ਉਹਦੇ ਸਿਰ ਤੇ ਪੱਗ ਹੋਵੇ, ਚਾਹੇ ਉਹਦੇ ਟੋਪੀ ਹੋਵੇ, ਚਾਹੇ ਉਹਦੇ ਉਦਾਂ ਵਾਲ ਰੱਖੇ ਆ, ਉਹਨੂੰ ਤਾਂ ਪੜ੍ਹਾਈ ਕਰਾਉਣੀ ਹੈ, ਕੈਮਿਸਟਰੀ ਪੜ੍ਹਾਉਣੀ ਹੈ, ਫਿਜ਼ਿਕਸ ਪੜ੍ਹਾਉਣੀ ਹੈ, ਮੈਥ ਪੜ੍ਹਾਉਣਾ। ਇਹਦੇ ਬਾਰੇ ਸਵਾਲ ਤਾਂ ਕਰਨਾ ਚਾਹੀਦਾ, ਕਮ ਸੇ ਕਮ ਘੱਟੋ ਘੱਟ ਸਵਾਲ ਕਰੋ ਜੀ। ਤੁਸੀਂ ਜਾ ਕੇ ਉੱਠ ਕੇ ਉਦਾਂ ਹੀ ਲੋਕਾਂ ਦੇ ਪੈਸੇ ਲਾ ਕੇ ਗੋਲਕ ਚੋਂ ਕੱਢ ਕੇ ਉਹਨੂੰ ਲੀਡਰ ਬਣਾਉਣ ਲੱਗੇ ਆ। ਤੁਹਾਨੂੰ ਇਸੇ ਤਰ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਪਹਿਲਾਂ ਦੁਨੀਆ ਭਰ ਦੇ ਅੰਕੜੇ ਦੇਖਣੇ ਚਾਹੀਦੇ। ਗਨ ਓਨਰਸ਼ਿਪ ਕੀ ਕਰਦੀ ਆ ਜੀ? ਦੁਨੀਆ ਦੇ ਵਿੱਚ ਲੋਕਾਂ ਨੇ ਗਨਜ਼ ਰੱਖੀਆਂ ਹੀ ਆ, ਪੰਜਾਬ ਦੇ ਵਿੱਚ ਰੱਖੀਆਂ ਆ। ਪੰਜਾਬ ਦੇ ਵਿੱਚ ਅਕਸਰ ਤੁਸੀਂ ਦੇਖਦੇ ਆ ਆਤਮ ਹੱਤਿਆ ਹੁੰਦੀਆਂ, ਕਿਉਂਕਿ ਉਹਨਾਂ ਦੇ ਕੋਲ ਰਿਵਾਲਵਰ ਪਏ ਆ, ਗਨਜ਼ ਪਈਆਂ ਆ, ਉਹਨਾਂ ਦੇ ਪਿਸਤੌਲ ਪਏ ਆ ਘਰ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੀ ਗਨ ਆ ਉਹ ਤੁਹਾਨੂੰ ਮਾਰਦੀ ਆ। ਹਾਂਜੀ, ਆਰਮੀ ਦੇ ਕੋਲ ਰੱਖੀ ਹੁੰਦੀ ਆ, ਉਹਨਾਂ ਦੇ ਅਫਸਰਾਂ ਦੀ ਹਰ ਵੇਲੇ ਉਹ ਤਾੜਨਾ ਕਰਦੇ ਆ ਫੌਜੀਆਂ ਨੂੰ ਕਿ ਤੁਸੀਂ ਇੱਕ ਬੁਲੇਟ ਮਿਸ ਹੋ ਜਵੇ ਨਾ, ਇੱਕ ਰੌਂਦ ਮਿਸ ਹੋ ਜਵੇ, ਉਹਦਾ ਕੋਰਟ ਮਾਰਸ਼ਲ ਕਰ ਦਿੰਦੇ। ਹਾਂਜੀ, ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹਦੀ ਕੋਈ ਪਰਵਾਹ ਨਹੀਂ। ਤੁਸੀਂ ਦੱਸੋ ਤਾਂ ਸਹੀ ਵੀ ਕਿਹੜਾ ਜ਼ੁਲਮ ਕਿਹੜਾ ਜ਼ਬਰ ਆ ਗਿਆ ਜਿਹਦੇ ਖਿਲਾਫ ਤੁਸੀਂ ਖੜੇ ਹੋਣਾ। ਤੁਸੀਂ ਹੁਣ ਨਾ ਪਹਿਲਾਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਹੋ ਕਿ ਨਾ ਤਾਂ ਲਾਓ ਉਹਨਾਂ ਤਾਕਤਾਂ ਦੇ ਜੀ। ਲੋਕਾਂ ਨੂੰ ਆਤਮ ਹੱਤਿਆ ਕਰਨ ਲਈ ਆਪਣੀਆਂ ਹਥਿਆਰ ਲੈਣੇ ਚਾਹੀਦੇ, ਲਾਇਸੈਂਸ ਹਥਿਆਰ। ਉਹਨਾਂ ਨੂੰ ਆਪਣੀਆਂ ਧਰਮ ਪਤਨੀਆਂ ਮਾਰਨ ਨੂੰ ਹਥਿਆਰ ਲੈ ਕੇ ਦੇਣੇ ਚਾਹੀਦੇ। ਜਿਹੜੇ ਬੰਦੇ ਉੱਥੇ ਬੈਠ ਕੇ ਸਭ ਤੋਂ ਜ਼ਿਆਦਾ ਜਿਹੜੀਆਂ ਔਰਤਾਂ ਮਾਰਦੇ ਆ, ਸਭ ਤੋਂ ਜ਼ਿਆਦਾ ਕੁੜੀਆਂ ਮਾਰਦੇ ਆ, ਸਿੱਖ ਕੌਮ ਵਾਲੇ ਮਾਰਦੇ ਆ। ਕੀ ਸਾਡੇ ਜੇ ਤੁਸੀਂ ਸਾਰੇ ਧਰਮਾਂ ਦੀ ਤੁਸੀਂ ਗ੍ਰੰਥ ਪੜ੍ਹਦੇ ਆ ਨਾ, ਇੱਕ ਸਿਰਫ ਸਿੱਖਿਜ਼ਮ ਆ ਜਿਹ 'ਚ ਲਿਖਿਆ ਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ। ਜੀ ਬਿਲਕੁਲ। ਜੇ ਔਰਤਾਂ ਦੇ ਹੱਕ 'ਚ ਬੋਲੇ ਤਾਂ ਬਾਬਾ ਨਾਨਕ ਬੋਲਿਆ। ਹਾਂਜੀ, ਕਿਸੇ ਵੀ ਧਰਮ ਦੀ ਪਵਿੱਤਰ ਗ੍ਰੰਥ ਦੇ ਵਿੱਚ ਕੋਈ ਵੀ ਸ਼ਬਦ ਨਹੀਂ ਹੈ। ਹਾਂਜੀ, ਤੇ ਉਸ ਧਰਮ ਵਾਲੇ ਦੁਨੀਆ ਦੇ ਵਿੱਚ ਪਹਿਲ ਰੱਖਦੇ ਹੋਣ ਕਿ ਅਸੀਂ ਉਹਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ, ਉਹਦੇ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਮੂੰਹ ਕਦੇ ਖੋਲ੍ਹਿਆ? ਬਿਲਕੁਲ, ਉਹਨਾਂ ਦਾ ਕਦੇ ਕੋਈ ਬਿਆਨ ਸੁਣਨ ਨੂੰ ਨਹੀਂ ਆਇਆ। ਫਿਰ ਉੱਥੇ ਨਸ਼ਾ ਤਸਕਰੀ ਵਾਲੇ ਆਉਂਦੇ ਆ, ਉਹਨਾਂ ਨੂੰ ਸਰੋਪੇ ਦਿੰਦੇ ਆ, ਕਦੇ ਇਹ ਬੋਲੇ ਆ ਵੀ ਇਹ ਹਥਿਆਰ ਇਹਨਾਂ ਦੇ ਖਿਲਾਫ ਵਰਤੋ। ਫਿਰ ਉਹਨਾਂ ਨੂੰ ਪੰਜਾਬ ਨੂੰ ਲੁੱਟ ਕੇ ਖਾ ਲਿਆ ਇਹਨਾਂ ਨੇ, ਚਾਹੇ ਅਫਸਰਾਂ ਨੇ ਖਾ ਲਿਆ ਚਾਹੇ ਸਿਆਸਤਦਾਨ ਨੇ ਖਾ ਲਿਆ। ਉਹੀ ਸਿਆਸਤਦਾਨ ਲੁੱਟ ਕੇ ਖਾ ਰਹੇ ਹਰਿਮੰਦਰ ਸਾਹਿਬ ਨੂੰ ਜੀ, SGPC ਦੇ ਵਿੱਚ ਬੈਠੇ ਖਾ ਕੇ। ਕੀ ਹਥਿਆਰ ਉਹਨਾਂ ਦੇ ਖਿਲਾਫ ਵਰਤਣੇ? ਜੇ ਅਕਾਲੀ ਫੂਲਾ ਸਿੰਘ ਨੇ ਹਥਿਆਰਬੰਦ ਲੋਕਾਂ ਨੂੰ ਹੋਣ ਕਿਹਾ ਸੀ ਤੇ ਉਹ ਲੜੇ ਵੀ ਆ, ਉਹਨਾਂ ਦਾ ਸਰੀਰ ਛਣਨੀ ਹੋ ਗਿਆ, ਕਹਿੰਦੇ ਗੋਲੀਆਂ ਮਾਰ ਮਾਰ ਕੇ। ਜੋ ਨਸ਼ਹਿਰੇ ਦੀ ਲੜਾਈ ਲੜੇ ਆ ਉਹ ਖਾਲਸਾ ਰਾਜ ਦੀ ਹੱਕ ਦੇ ਵਿੱਚ, ਉਹਨਾਂ ਨੇ ਇੱਕ ਮਿਸਾਲ ਪੈਦਾ ਕੀਤੀ। ਇਹ ਕੀ ਮਿਸਾਲ ਪੈਦਾ ਕਰ ਰਹੇ? ਕਿਹੜੇ ਹਥਿਆਰ ਕਿਹਦੇ ਦੇ ਖਿਲਾਫ ਦੱਸਣ ਤਾਂ ਸਹੀ ਜੀ। ਬਿਲਕੁਲ, ਕੋਈ ਵੀ ਇਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਹੈਗਾ ਇਹਦੀ ਨਾ ਹਰ ਪਾਸੇ ਨਿਖੇਧੀ ਹੋਈ ਆ। ਸਰੀ ਦੇ ਜਿਹੜੇ ਮੇਅਰ ਆ ਡੱਗ ਮੈਕੈਲਮ ਸਾਹਿਬ, ਉਹਨਾਂ ਨੇ ਸਰੀ ਪੁਲਿਸ ਬੋਰਡ ਦੇ ਚੇਅਰ ਤੋਂ ਸਟੈਪ ਡਾਊਨ ਕਰਨ ਤੋਂ ਮਨਾ ਕਰ ਦਿੱਤਾ। ਵੈਸੇ ਦੇਖੋ, ਸਾਨੂੰ ਨਾ ਡਿਸਕਸ ਤਾਂ ਕਰਨਾ ਚਾਹੀਦਾ ਇਹਨਾਂ ਦਾ ਵਿਕਟਮ ਤੋਂ ਅਕਿਊਜ਼ ਬਣਨ ਤੱਕ ਦਾ ਜਿਹੜਾ ਸਫ਼ਰ ਹੈਗਾ। ਵੈਸੇ ਆਪਾਂ ਹਰ ਰੋਜ਼ ਗੱਲਬਾਤ ਕਰਦੇ ਹੀ ਆ, ਕ੍ਰਿਮੀਨਲ ਚਾਰਜਿਸ ਦਾ ਸਾਹਮਣਾ ਕਰਨ ਤੋਂ ਬਾਅਦ ਵੀ
ਅੜੇ ਹੋਏ ਨੇ ਕਿ ਉਹਨਾਂ ਨੇ ਆਪਣਾ ਮੇਅਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈਗਾ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਪੁਲਿਸ ਬੋਰਡ ਦੇ ਚੇਅਰ ਤੋਂ ਵੀ ਉਹ ਅਸਤੀਫਾ ਨਹੀਂ ਦੇਣਗੇ। ਇਹ 'ਚ ਸਭ ਤੋਂ ਵੱਡਾ ਕਸੂਰ ਹੈਗਾ ਵਿਕਟੋਰੀਆ ਸਰਕਾਰ ਦਾ, ਜੌਨ ਹੌਰਗਨ ਦਾ। ਇਹਨਾਂ ਨੇ ਕਾਨੂੰਨ ਲਿਆਂਦਾ ਆ, ਇਹ ਨਹੀਂ ਕਿਹਾ ਕਿ ਰੈਟਰੋਐਕਟਿਵ ਹੋਣਾ ਚਾਹੀਦਾ। ਜੇ ਤੁਹਾਡੇ ਖਿਲਾਫ ਇੰਡਾਈਟੇਬਲ ਅਫੈਂਸ ਹੈ ਕੋਈ, ਤੇ ਫਿਰ ਤੁਸੀਂ ਇਹ ਨਹੀਂ ਕਹਿ ਰਹੇ ਅਸਤੀਫਾ ਦਿਓ, ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ, ਤਨਖਾਹ ਲਈ ਜਾਓ, ਕੋਈ ਗੱਲ ਨਹੀਂ, ਪਰ ਲੋਕਾਂ ਦੇ ਪੈਸੇ ਰਿਚਰਡ ਪੈਕ ਨੂੰ ਨਾ ਦਿਓ। ਇਹ ਨਹੀਂ ਕਿ ਉਹ ਮਾੜੇ ਬੰਦੇ ਆ, ਇਹ ਆ ਕਿ ਲੋਕੀ ਕਿਉਂ ਪੈਸੇ ਦੇਣ ਤੁਹਾਡੇ ਝੂਠ ਦਾ ਕਰਕੇ। ਹਾਂਜੀ, ਜੋ ਕੁਝ ਕੀਤਾ ਤੁਸੀਂ ਕੀਤਾ ਜੀ, ਸ਼ਰੇਆਮ ਝੂਠ ਬੋਲਿਆ, ਉੱਥੇ ਬੋਲਿਆ ਜਿੱਥੇ ਐਕਚੁਅਲੀ ਸੀਸੀਟੀਵੀ ਕੈਮਰਾ ਲੱਗੇ ਆ। ਹਾਂਜੀ, ਤੁਸੀਂ ਝੂਠ ਤਾਂ ਬੋਲ ਸਕਦੇ, ਆਲੇ ਦੁਆਲੇ ਜੇ ਬੋਲਣਾ ਹੋਵੇ, ਕਹਿਣਾ ਮੈਂ ਕਿਹਾ ਤੂੰ ਕਿਹਾ, ਇਹ ਗੱਲ ਹੁੰਦੀ ਹੈ। ਤੇ ਇਹਨਾਂ ਦੇ ਤਾਂ ਬਿਲਕੁਲ ਸਾਹਮਣੇ ਪ੍ਰਤੱਖ ਹੈ, ਪਰ ਇਹ ਜ਼ਰੂਰ ਪੋਲ ਕਰਾਉਂਦੇ ਆ। ਪੋਲ ਤੁਹਾਨੂੰ ਮੈਂ ਦੱਸ ਦਿੰਦਾ, ਇੱਥੇ ਕਮਿਊਨਿਟੀ ਦੇ ਵਿੱਚ ਉਹ ਲੋਕ ਬੈਠੇ ਆ ਜਿਨ੍ਹਾਂ ਨੂੰ ਕੋਈ ਫਰਕ ਨਹੀਂ। ਮੈਨੂੰ ਇੱਕ ਬੰਦਾ ਕਹਿੰਦਾ ਸੀ, ਕਹਿੰਦਾ ਜ਼ਿਆਦਾ ਲੋਕ ਚੋਰੀ ਕਰਦੇ ਆ, ਜ਼ਿਆਦਾ ਲੋਕ ਫਰਾਡ ਕਰਦੇ ਆ, ਤਾਂ ਉਹ ਇਹਨਾਂ ਦੇ ਹਮਾਇਤੀ ਆ। ਬਹੁਤ ਗਿਣਤੀ ਚਾਹੀਦੀ ਹੈ, 33% ਲੋਕਾਂ ਨੇ ਵੋਟ ਪਾਉਣੀ ਹੈ ਸਿਰਫ। ਹਾਂਜੀ, ਤਾਂ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਆਸ ਇਹ ਹੈ ਇਸ ਵੇਲੇ ਕਿ ਇਹਨਾਂ ਦੇ ਖਿਲਾਫ ਜਿਹੜੀ ਵੋਟ ਪੈਣੀ ਆ ਉਹ ਵੰਡੀ ਜਾਊਗੀ ਤੇ ਮੁੜ ਕੇ ਫੇਰ ਚੁਣੇ ਜਾਣਗੇ, ਕਿਉਂਕਿ ਟ੍ਰਾਇਲ ਜਿਹੜਾ ਇਹਨਾਂ ਦਾ 15 ਨੂੰ ਵੋਟ ਹੈ ਤਾਂ 30 ਨੂੰ ਸ਼ੁਰੂ ਹੋਣਾ। ਹਾਂਜੀ, ਉਸ ਤੋਂ ਬਾਅਦ ਸ਼ੁਰੂ ਹੋਣਾ। ਉਹਦੇ ਵਿੱਚ ਗਿਲਟੀ ਹੁੰਦੇ, ਦੋਸ਼ੀ ਹੁੰਦੇ ਜਾਂ ਨਹੀਂ ਦੋਸ਼ੀ ਹੁੰਦੇ, ਇਹ ਤਾਂ ਟ੍ਰਾਇਲ ਤੋਂ ਬਾਅਦ ਪਤਾ ਲੱਗਣਾ ਸਾਨੂੰ। ਹਾਂਜੀ, ਪਰ ਇਸ ਵੇਲੇ ਤਾਂ ਉਹ ਇੰਡਾਈਟੇਬਲ ਅਫੈਂਸ ਹੈ ਔਰ ਕੈਮਰਿਆਂ ਦੇ ਵਿੱਚ ਬੰਦ ਹੈ ਉਹ ਝੂਠ। ਜੀ, ਇਹ ਨਹੀਂ ਹੈ ਕਿ ਝੂਠ ਬੋਲਿਆ, ਉਹ ਸ਼ਰੇਆਮ ਸ਼ੋਅ ਕੀਤਾ ਉਹਨਾਂ ਨੇ, ਗਲੋਬਲ ਟੀਵੀ ਵਾਲਿਆਂ ਨੇ, ਕਿ ਇਹਨਾਂ ਨੇ ਕਿਹਾ ਕੀ ਸੀ ਤਾਂ ਹੋਇਆ ਕੀ ਇੱਥੇ। ਹਾਂਜੀ, ਤੇ ਜਿਹੜੀ ਇਹਨਾਂ ਦੀ ਝੂਠ ਦੀ ਕਹਾਣੀ ਸੀ, ਇਹਦਾ ਜਿਹੜਾ ਖਰਚਾ ਹੈਗਾ ਇਹ ਸਾਰਾ ਹੁਣ ਸਰੀ ਦੇ ਲੋਕਾਂ ਨੂੰ ਵਕੀਲ ਦਾ ਪੇ ਕਰਨਾ ਪੈਣਾ। ਇਹਦੇ ਤੇ ਵੀ ਕਿੰਨੇ ਜ਼ਿਆਦਾ ਸਵਾਲ ਤਾਂ ਉੱਠ ਰਹੇ ਹੈਗੇ ਆ, ਪਰ ਫਿਰ ਵੀ ਹੋ ਕੁਛ ਨਹੀਂ ਰਿਹਾ ਹੈਗਾ। ਡਾਕਟਰ ਸਾਹਿਬ, ਜੇਕਰ EMPLOYEES ਨੂੰ ਵੀ ਬਿਜ਼ਨਸ ਦੇ ਵਿੱਚ ਓਨਰਸ਼ਿਪ ਦੇ ਮੌਕੇ ਦਿੱਤੇ ਜਾਣ ਤਾਂ ਬਿਜ਼ਨਸ ਸਟਰਕਚਰ ਕਿਹੋ ਜਿਹਾ ਹੋਊਗਾ? ਸਭ ਤੋਂ ਪਹਿਲੀ ਗੱਲ ਤਾਂ ਇਹ ਬਿਜ਼ਨਸ ਦੇ ਵਿੱਚ ਇਹ ਨਵੀਂ ਗੱਲ ਨਹੀਂ ਹੈ। ਵੈਸੇ ਜਿੰਨੇ ਵੀ ਪੁਰਾਣੇ ਬਿਜ਼ਨਸ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਕਿ ਸਾਡਾ ਬਿਜ਼ਨਸ ਚੰਗਾ ਨਹੀਂ ਚੱਲਣਾ, ਉਹ ਫਿਰ EMPLOYEES ਨੂੰ ਸ਼ੇਅਰ ਦੇ ਦਿੰਦੇ ਆ। ਇੱਥੇ ਸਾਡੇ ਇੱਕ ਇੰਟੀਰੀਅਰ ਦੇ ਵਿੱਚ ਇੱਕ ਮਿੱਲ ਵੇਚੀ ਸੀ, EMPLOYEES ਨੂੰ ਉਸ ਵੇਲੇ ਵੇਚੀ ਜਦੋਂ ਪਤਾ ਸੀ ਇਹ ਬੈਂਕਰਪਸੀ ਹੋਣੀ ਹੈ। ਉਸ ਬੰਦੇ ਨੂੰ ਪੱਕਾ ਪਤਾ ਸੀ ਕਿ ਇਹਦੀ ਬੈਂਕਰਪਸੀ ਹੋ ਜਾਣੀ ਹੈ। ਉਹਨੇ ਸ਼ੇਅਰ ਵੇਚ ਦਿੱਤੇ EMPLOYEES ਨੂੰ, ਉਹਨਾਂ ਤੋਂ ਪੈਸੇ ਲੈ ਲਏ, ਤਾਂ ਉਸ ਤੋਂ ਬਾਅਦ ਇੱਕਦਮ ਹੀ ਬੈਂਕਰਪਸੀ ਹੋ ਗਈ। ਸਾਰੇ ਲੋਕਾਂ ਨੂੰ ਲੁੱਟਿਆ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ ਅਸੀਂ ਤਾਂ EMPLOYEES ਨੂੰ ਸ਼ੇਅਰ ਦੇ ਰਹੇ ਸੀ। ਇਹ ਨਵੀਂ ਗੱਲ ਨਹੀਂ, ਇਹ ਬੜੀ ਪੁਰਾਣੀ ਗੱਲ ਹੈ। ਵੈਸੇ ਕੋਈ ਵੀ ਬਿਜ਼ਨਸ ਵਾਲਾ ਆਪਣੇ ਸ਼ੇਅਰ ਨਹੀਂ ਦਿੰਦਾ EMPLOYEES ਨੂੰ ਜਿੰਨਾ ਚਿਰ ਉਹਨਾਂ ਨੂੰ ਖਤਰਾ ਨਾ ਹੋਵੇ। ਕੁਛ ਇੱਕ ਬਿਜ਼ਨਸ ਵਾਲੇ ਹੈਗੇ ਜਿਨ੍ਹਾਂ ਨੂੰ ਲੱਗਦਾ ਕਿ ਹੋ ਸਕਦਾ ਡਾਊਨ ਦੀ ਰੋਡ 8 ਸਾਲਾਂ 'ਚ 10 ਸਾਲਾਂ 'ਚ ਸਾਡਾ ਬਿਜ਼ਨਸ ਘਟ ਜਾਵੇ, ਤੇ ਉਹ ਕੋਸ਼ਿਸ਼ ਕਰਦੇ ਆ ਕਿ ਆਪਣੇ ਪੈਸੇ ਕੱਢੋ, ਉਹ EMPLOYEES ਨੂੰ ਦਿਓ ਸ਼ੇਅਰ, ਤੇ ਉਸ ਤੋਂ ਬਾਅਦ ਫਿਰ ਪੈਸੇ ਪੂਰੇ ਹੋ ਗਏ, ਜੇ ਚੱਲੇ ਜਾਂ ਨਾ ਚੱਲੇ ਬਿਜ਼ਨਸ, ਇਹ ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਵੈਸੇ ਜੇ EMPLOYEES ਦਾ ਸ਼ੇਅਰ ਹੋਵੇ, ਉਹਦਾ ਥਿਓਰੈਟੀਕਲੀ ਅਸੀਂ ਗੱਲ ਕਰਦੇ ਹਾਂ, ਜਿਹਦੇ ਵਿੱਚ EMPLOYEES ਦਾ ਸ਼ੇਅਰ ਹੋਵੇ, ਹਿੱਸੇਦਾਰ ਹੋਣ, ਤੇ ਉਹ ਜ਼ਿਆਦਾ ਕੰਮ ਕਰਦੇ ਆ ਜੀ। ਕਈ ਹੈਗੀਆਂ, ਮਤਲਬ ਸਾਰੇ ਬਿਜ਼ਨਸ ਇਦਾਂ ਦੇ ਨਹੀਂ, ਕਈ ਥਾਂ ਤੇ EMPLOYEES ਦੇ ਕੋਲ ਸ਼ੇਅਰ ਖਰੀਦੇ ਆ ਤੇ ਉਹ ਜ਼ਿਆਦਾ ਮਿਹਨਤ ਕਰਦੇ ਉੱਥੇ, ਕਿਉਂਕਿ ਉਹਨਾਂ ਦਾ ਭਾਵੇਂ ਥੋੜਾ ਜਿਹਾ ਹਿੱਸਾ ਆ ਪਰ ਉਹ ਉਹਨਾਂ ਦਾ ਹਿੱਸਾ ਆ ਉਹਨਾਂ। ਜੀ ਬਿਲਕੁਲ ਡਾਕਟਰ ਸਾਹਿਬ, ਜਦੋਂ ਵੈਸੇ ਵੀ EMPLOYEES ਦਾ ਕਿਸੇ ਕੰਪਨੀ ਦੇ ਵਿੱਚ ਹਿੱਸਾ ਹੁੰਦਾ, ਜਿੱਦਾਂ ਕਿ ਤੁਸੀਂ ਮੈਂਸ਼ਨ ਵੀ ਕੀਤਾ ਹੈਗਾ, EMPLOYEES ਕੰਮ ਜ਼ਿਆਦਾ ਕਰਦੇ ਆ, ਫਿਰ ਉਹਨਾਂ ਨੂੰ ਹੁੰਦਾ ਕਿ ਚਲੋ ਜਿੰਨਾ ਜ਼ਿਆਦਾ ਕੰਮ ਕਰਨਗੇ, ਮਿਹਨਤ ਕਰਨਗੇ, ਇਹਦੇ 'ਚ ਉਹਦਾ ਫਾਇਦਾ। ਪਰ ਵੈਸੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਬਿਜ਼ਨਸ ਮਾਈਂਡਡ ਪੀਪਲ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਜਿਹੜਾ ਬਿਜ਼ਨਸ ਆ ਉਹ ਕਿਵੇਂ ਕਰਨਾ, ਉਹਨਾਂ ਨੇ EMPLOYEES ਨੂੰ ਕਿਸ ਤਰੀਕੇ ਦੇ ਨਾਲ, ਤੁਸੀਂ ਕਹਿ ਲਓ ਕਿ ਯੂਜ਼ ਕਰਨਾ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮੋਟੀਵੇਟ ਕਰਨਾ। ਬਿਕਾਜ਼ ਅਦਰਵਾਈਜ਼ ਜੇ ਕੋਈ ਕਿਸੇ EMPLOYEE ਨੂੰ ਕਹੇ ਕਿ ਉਹਨੂੰ ਥੋੜੇ ਜਿਹੇ ਆਵਰ ਜ਼ਿਆਦਾ ਕੰਮ ਕਰਨੇ ਪੈਣੇ ਆ, ਤਾਂ ਸ਼ਾਇਦ ਉਹ
ਨਹੀਂ ਕਰਨਗੇ, ਆਨਾਕਾਨੀ ਕਰਨਗੇ। ਪਰ ਜਦੋਂ ਪਤਾ ਹੋਵੇ ਕਿ ਬਿਜ਼ਨਸ ਦੇ ਵਿੱਚ ਸ਼ੇਅਰ ਹੈਗਾ, ਵੀ ਜਿਹੜਾ ਪ੍ਰੋਫਿਟ ਹੈਗਾ ਉਹ ਵੀ ਮਿਲ ਸਕਦਾ, ਫਿਰ ਉਹ ਆਵਰਸ ਨਹੀਂ ਦੇਖਦੇ ਹੈਗੇ, ਫਿਰ ਉਹ ਕੰਮ ਦੇਖਦੇ ਆ। ਵੈਸੇ ਵੀ ਜਿਹੜਾ ਕਰਮਚਾਰੀ ਵਰਗ ਹੁੰਦਾ, ਕੰਮ ਤਾਂ ਉਹ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰੂਗੇ ਜਦੋਂ ਉਹਨੂੰ ਪਤਾ ਹੋਊ ਵੀ ਉਹਨਾਂ ਦਾ ਉਹਦੇ ਵਿੱਚ ਹਿੱਸਾ ਹੈਗਾ ਜੀ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਕੀ ਕੁਈਨ ਐਲਿਜ਼ਾਬੈਥ ਤੋਂ ਬਾਅਦ ਕਾਮਨਵੈਲਥ ਦਾ ਕੋਈ ਫਿਊਚਰ ਹੋਊਗਾ? ਦੇਖੋ, ਪਹਿਲੀ ਤਾਂ ਗੱਲ, ਇਹਦਾ ਫਿਊਚਰ ਵੈਸੇ ਹੀ ਨਹੀਂ ਹੋਣਾ ਚਾਹੀਦਾ। ਇਹ ਬ੍ਰਿਟਿਸ਼ ਨੇ ਜਿਹੜੇ ਮੁਲਕਾਂ ਨੂੰ ਗੁਲਾਮ ਬਣਾਇਆ ਸੀ ਨਾ, ਬਸਤੀਵਾਦ ਸੀਗਾ, 54 ਮੁਲਕਾਂ ਦੀ ਜਥੇਬੰਦੀ ਹੈ, ਉਹਨਾਂ ਨੂੰ ਫਿਰ ਇਹ ਕਾਮਨਵੈਲਥ ਬਣਾ ਲਿਆ। ਇੰਡੀਆ, ਪਾਕਿਸਤਾਨ ਵੀ ਉਹਦੇ ਮੈਂਬਰ ਹੈ। ਇਹ ਸਾਨੂੰ ਐਕਚੁਅਲੀ ਰਿਮਾਈਂਡਰ ਹੈ ਕਿ ਤੁਸੀਂ ਸਾਡੇ ਗੁਲਾਮ ਹੁੰਦੇ ਸੀ, ਤੇ ਹੁਣ ਕੁਈਨ ਐਲਿਜ਼ਾਬੈਥ ਜਿਹੜੀ ਆ ਉਹਦੀ ਹੈੱਡ ਹੈ। ਸਾਰੇ ਹੀ ਮੁਲਕ ਜਿੰਨੇ ਇਹਨਾਂ ਦੇ, ਉਹਨਾਂ ਦੇ ਖਿਲਾਫ ਦੇਖੋ, ਭਗਤ ਸਿੰਘ ਹੋਣੀ, ਉਹ ਤਾਂ ਸਟਰਗਲ ਕਰਦੇ ਰਹੇ, ਉਹ ਸ਼ਹੀਦੀ ਪਾ ਗਏ, ਬਹੁਤ ਸ਼ਹੀਦੀਆਂ ਪਾਈਆਂ ਉਹਨਾਂ ਦੇ ਘਰ। ਤੇ ਜਿਹੜੇ ਸਾਡੇ ਸੀਗੇ ਮੋਹਰੀ ਬਣ ਗਏ, ਉਹਨਾਂ ਨੇ ਆ ਕੇ ਉਹਨਾਂ ਗੁਲਾਮਾਂ, ਜਿਹੜੇ ਮੁਲਕ ਨੇ ਸਾਨੂੰ ਗੁਲਾਮ ਬਣਾਇਆ ਸੀ, ਉਹਨਾਂ ਦੇ ਕੋਲ ਜਾ ਕੇ ਮੈਂਬਰਸ਼ਿਪ ਲੈ ਲਈ ਜੀ। ਤੇ ਉਸ ਮੈਂਬਰਸ਼ਿਪ ਦੇ ਵਿੱਚ ਇੱਕ ਬਣਾਈ ਸੀ ਇਹਨਾਂ ਨੇ ਗੱਲ ਕਿ ਅਸੀਂ ਫ੍ਰੀ ਟ੍ਰੇਡ ਕਰਾਂਗੇ ਕਾਮਨਵੈਲਥ ਵਿੱਚ। ਬਹੁਤਿਆਂ ਦੇਸ਼ਾਂ ਦਾ ਅਜੇ ਵੀ ਫ੍ਰੀ ਟ੍ਰੇਡ ਹੈ ਨਹੀਂਗਾ, ਤੇ ਉਹਦਾ ਕੋਈ ਫਾਇਦਾ ਹੈ ਜਾਂ ਨਹੀਂ ਭਵਿੱਖ ਦੇ ਵਿੱਚ। ਇੱਦਾਂ ਲੱਗਦਾ ਵੀ ਇਕੱਲੇ ਕੁਈਨ ਐਲਿਜ਼ਾਬੈਥ ਦਾ ਕਰਕੇ ਨਹੀਂ ਹੈ, ਇਹਦਾ ਵੈਸੇ ਵੀ ਉਹ ਕਹਿੰਦੇ ਹੁੰਦੇ ਕਿ ਨਹੀਂ, ਜਦੋਂ ਕੋਈ ਜਿਹਦਾ ਨਿਊਯਾਰਕ ਦੇ ਵਿੱਚ ਅਖੀਰਲਾ ਜਿਹੜਾ ਫੋਨ ਬੂਥ ਜਿਹੜਾ ਚੱਕ ਦਿੱਤਾ ਉਹਨਾਂ ਨੇ, ਇਸ ਹਫ਼ਤੇ ਦੀ ਖਬਰ ਹੈ ਕਿ ਜਿਹੜੇ ਫੋਨ ਪਹਿਲਾਂ 25 ਪਾ ਕੇ ਕਰਦੇ ਹੁੰਦੇ ਸੀ ਪਬਲਿਕ ਲਈ, ਉਹਨਾਂ ਨੇ ਆਖਰੀ ਬੂਥ ਉਹ ਤੋਂ ਚੱਕ ਦਿੱਤਾ, ਕਿਉਂਕਿ ਹੁਣ ਜ਼ਰੂਰਤ ਨਹੀਂ, ਹਰੇਕ ਹੀ ਬੰਦਾ ਤਾਂ ਆਈਫੋਨ ਲਈ ਫਿਰਦਾ ਹੈ ਜੀ। ਤੇ ਹੁਣ ਸ਼ਾਇਦ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਉਹਨਾਂ ਦੇ ਲੋਕਾਂ ਨੂੰ ਵੀ ਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਗੁਲਾਮ ਬਣਾਇਆ ਸੀ, ਉਹਨਾਂ ਦੀ ਸੰਸਥਾ ਦਾ ਮੈਂਬਰ ਕਿਉਂ ਬਣੀਏ ਸੀ ਜੀ। ਹੁਣ ਇੰਡੀਆ ਨੇ ਜਿਹੜੇ ਸਟੈਂਡ ਲਿਆ, ਕਿਤੇ ਤੁਸੀਂ ਦੇਖੋ, ਆਜ਼ਾਦ ਤੌਰ ਤੇ ਸਟੈਂਡ ਲਿਆ ਉਹਨਾਂ ਨੇ ਯੂਕਰੇਨ ਤੇ ਰਸ਼ੀਅਨ ਲੜਾਈ ਦੇ ਵਿੱਚ, ਕਿਸੇ ਦੀ ਗੱਲ ਨਹੀਂ ਸੁਣੀ। ਤੇ ਜਿਸ ਤੋਂ ਪਹਿਲਾਂ ਨਹਿਰੂ ਹੋਣੀ ਜਿਹੜੇ ਸੀ, ਉਹ ਸੀਗੇ ਸ਼ਰੇਆਮ ਬ੍ਰਿਟਿਸ਼ ਏਜੰਟਸ। ਇਹਨਾਂ ਨੂੰ ਆਪਣੀਆਂ ਗੱਦੀਆਂ ਨਾਲ ਰਿਹਾ, ਇਹਨਾਂ ਨੂੰ ਇਹ ਨਹੀਂ ਸੀ ਕਿ ਬਟਵਾਰੇ ਦੇ ਵਿੱਚ ਲੋਕੀ ਕਿੰਨਾ ਦੁਖੀ ਹੋਏ ਆ। ਤੁਸੀਂ ਗੌਡਸੇ ਦੀ, ਵੈਸੇ ਅਸੀਂ ਗੱਲ ਕਰਦੇ ਕਿ ਉਹਨੇ ਮਹਾਤਮਾ ਗਾਂਧੀ ਨੂੰ ਮਾਰਿਆ, ਗੌਡਸੇ ਦੀ ਸਟੇਟਮੈਂਟ ਹੈ ਇੱਕ, ਉਹ ਕਹਿੰਦਾ ਕਿ ਜਦੋਂ ਮੈਂ ਦੇਖਿਆ ਕਿ 1947 ਦੇ ਵਿੱਚ ਬਟਵਾਰਾ ਹੋਇਆ ਦੇਸ਼ ਦਾ, ਉਸ ਵੇਲੇ ਮੇਰੇ ਮਨ ਦੇ ਵਿੱਚ ਆਇਆ ਕਿ ਜਿਸ ਬੰਦੇ ਨੇ ਕਰਵਾਇਆ ਇਹਨੂੰ ਛੱਡਣਾ ਨਹੀਂ। ਹੁਣ ਤੁਸੀਂ ਉਹਨਾਂ ਸਹਿਮਤ ਹੋਵੋ ਚਾਹੇ ਨਹੀਂ ਸਹਿਮਤ ਹੋਵੋ, ਵੱਖਰੀ ਗੱਲ ਹੈ, ਪਰ ਉਹਨੂੰ ਜਿੱਦਾਂ ਇੱਕ ਰਾਖਸ਼ ਦੇ ਤੌਰ ਤੇ ਪੇਸ਼ ਕਰਨਾ, ਉਹ ਗਲਤ ਗੱਲ ਹੈ। ਹਾਂ ਠੀਕ ਹੈ, ਉਹਨੇ ਬੰਦਾ ਮਾਰਿਆ, ਗਲਤ ਗੱਲ ਹੈ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਤੁਸੀਂ ਮਾਰੋ, ਉਹਦੇ ਨਾਲ ਵਿਚਾਰਾਂ ਨਾਲ ਨਾ ਸਹਿਮਤ ਹੋਣਾ ਤੁਹਾਡੀ ਆਪਣੀ ਨਿੱਜੀ ਚੋਇਸ ਆ, ਪਰ ਆਜ਼ਾਦੀ ਹੋਣੀ ਚਾਹੀਦੀ ਆ। ਪਰ ਜੇ ਉਸ ਬੰਦੇ ਨੂੰ ਇਸ ਤਰ੍ਹਾਂ ਪੇਸ਼ ਕਰਨਾ ਕਿ ਉਹ ਰਾਵਣ ਸੀ, ਉਹ ਗੱਲ ਗਲਤ ਹੈ। ਸੋ ਕਾਮਨਵੈਲਥ ਵੀ ਇਸ ਤਰ੍ਹਾਂ ਇੱਕ ਖਤਮ ਹੋਣ ਵਾਲੀ, ਜਿੱਦਾਂ ਪਬਲਿਕ ਫੋਨ ਖਤਮ ਹੋ ਗਿਆ ਨਾ, ਇਸੇ ਤਰ੍ਹਾਂ ਕਾਮਨਵੈਲਥ ਦੀ ਇੱਕ ਬੁਨਿਆਦ ਖਤਮ ਹੋ ਚੁੱਕੀ ਹੈ ਜੀ। ਹੁਣ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਵੈਸੇ ਵੀ ਜਿਹੜੇ ਲੜਦੇ ਆ ਮੁਲਕ, ਉਹ ਤਾਂ ਲੜੀ ਜਾਂਦੇ ਆ। ਇੰਡੀਆ ਤੇ ਪਾਕਿਸਤਾਨ ਵਾਲੇ ਦੋਵੇਂ ਜਾਣੇ ਕਾਮਨਵੈਲਥ ਦੇ ਮੈਂਬਰ ਆ, ਕਿੰਨੀਆਂ ਲੜਾਈਆਂ ਕਰ ਚੁੱਕੇ ਆ ਜੀ, ਤੇ ਅਜੇ ਤਾਈਂ ਇਹਨਾਂ ਦੀ ਸਮਝੌਤਾ ਨਹੀਂ ਹੋਇਆ ਕਿਸੇ ਗੱਲ ਤੇ ਜੀ। ਤਾਂ ਪਵਾੜਾ ਕੌਣ ਪਾ ਕੇ ਆਏ? ਇਹ ਕਾਮਨਵੈਲਥ ਵਾਲੇ ਪਾ ਕੇ ਆਏ। ਹਾਂਜੀ, ਬਿਲਕੁਲ ਡਾਕਟਰ ਸਾਹਿਬ finance.com ਦੀ ਇੱਕ ਤਾਜ਼ਾ ਰਿਪੋਰਟ ਆਈ ਆ, ਤੇ ਉਸ ਰਿਪੋਰਟ ਦੇ ਵਿੱਚ ਇਹ ਆਇਆ ਕਿ ਸਿਆਟਲ ਟੈਕੋਮਾ ਇੰਟਰਨੈਸ਼ਨਲ 에ਅਰਪੋਰਟ US ਵਿੱਚ ਸਭ ਤੋਂ ਐਕਸਪੈਂਸਿਵ 에ਅਰਪੋਰਟ ਹੈ। ਇਹਦਾ ਵੀ ਸਾਡੇ ਜਦੋਂ ਅਸੀਂ ਫਲਾਈ ਕਰਦੇ ਹਾਂ, ਫਲਾਈਟ ਲੈ ਕੇ ਜਾਂਦੇ ਹਾਂ, ਉਹਦੇ ਨਾਲ ਸਿੱਧਾ ਸੰਬੰਧ ਹੈ, ਕਿਉਂਕਿ 에ਅਰਲਾਈਨਸ ਨੂੰ ਇਹ ਪੈਸੇ ਚਾਰਜ ਕਰਦੇ ਆ ਉੱਥੇ ਡਿਪਾਰਚਰ ਦੇ ਤਾਂ ਖੜੇ ਹੋਣ ਦੇ, ਤਾਂ ਉਹ ਐਡ ਕਰ ਦਿੰਦੇ ਸਾਡੀ ਟਿਕਟ ਦੇ ਵਿੱਚ। ਸੋ ਇਸ ਕਰਕੇ ਸਿਆਟਲ ਟੈਕੋਮਾ ਜਿਹੜਾ ਸੀਟੈਕ ਹੈ, ਉਹ ਤੇ ਜੇ ਤੁਸੀਂ ਟਿਕਟ ਲੈਂਦੇ ਆ ਤਾਂ ਉਹ ਬਹੁਤ ਮਹਿੰਗੀ ਪੈਂਦੀ ਜੀ। YBR ਜਿਹੜਾ ਇੱਥੇ ਸਾਡਾ ਵੈਨਕੂਵਰ ਆ, ਇੱਥੇ ਵੀ ਕਾਫੀ ਪੈਸੇ ਲੱਗਦੇ ਆ। ਜੇ ਤੁਸੀਂ ਉਹੀ ਫਲਾਈਟ ਐਬਸਫੋਰਡ ਤੋਂ ਲੈਣੀ ਹੁੰਦੀ ਆ ਤਾਂ ਉਹ ਸਸਤੀ ਪੈਂਦੀ ਆ। ਹਾਂਜੀ, ਸਿੰਪਲ ਰੀਜ਼ਨ ਹੈ ਕਿ ਜਿਹੜਾ
ਏਅਰਲਾਈਨ ਦਾ ਤਾਂ ਖਰਚਾ ਉਨਾ ਹੀ ਹੁੰਦਾ, ਉਹਨਾਂ ਦਾ ਗੈਸ ਉਨਾ ਹੀ ਫੂਕ ਹੁੰਦਾ, ਪਰ ਜਿਹੜਾ ਏਅਰਪੋਰਟ ਨੂੰ ਉਹ ਫੀਸ ਦਿੰਦੇ ਆ ਉਹ ਵੈਨਕੂਵਰ ਬਹੁਤ ਜ਼ਿਆਦਾ ਹੈ, ਸਿਐਟਲ ਜਿੱਦਾਂ ਬਿਲਕੁਲ ਹੀ ਜ਼ਿਆਦਾ ਹੈ, ਤਾਂ ਉਹ ਐਡ ਕਰਦੇ ਆ ਸਾਡੀਆਂ ਟਿਕਟਾਂ ਤੇ। ਸੋ ਲੱਭਣੇ ਚਾਹੀਦੇ ਆਲੇ ਦੁਆਲੇ ਏਅਰਪੋਰਟਸ, ਜਿੱਦਾਂ ਬੈਲਿੰਗਹੈਮ ਦੇ ਵਿੱਚ ਆ, ਇੱਥੇ ਬੜੀਆਂ ਸਸਤੀਆਂ ਫਲਾਈਟਸ ਮਿਲਦੀਆਂ, ਕਿਉਂਕਿ ਇਸ ਕਰਕੇ ਕਿ ਉੱਥੋਂ ਉਹਨਾਂ ਨੂੰ ਏਅਰਲਾਈਨਸ ਨੂੰ ਪੈਸੇ ਘੱਟ ਦੇਣੇ ਪੈਂਦੇ ਆ। ਇਹਦਾ ਸਿੱਧਾ ਸੰਬੰਧ ਸਾਡੀ ਪਾਕਟ ਦੇ ਨਾਲ ਹੈ, ਤੁਸੀਂ ਜੀ ਬਟੂਏ ਦੇ ਨਾਲ ਹੈ। ਜੀ ਬਿਲਕੁਲ। ਡਾਕਟਰ ਸਾਹਿਬ, ਵੈਸੇ 911 ਆਪਾਂ ਕਦੋਂ ਕਾਲ ਕਰਦੇ ਆ? ਐਮਰਜੈਂਸੀ ਦੇ ਵਿੱਚ। ਐਮਰਜੈਂਸੀ ਦੇ ਵਿੱਚ ਇੱਕ ਨਾ US ਦੇ ਵਿੱਚ ਨਿਊਜ਼ ਆਈ ਆ ਕਿ ਇੱਕ ਸੁਪਰਮਾਰਕੀਟ ਦੇ ਵਿੱਚ ਜਦੋਂ ਗੋਲੀਬਾਰੀ ਦੀ ਘਟਨਾ ਹੋ ਰਹੀ ਸੀ ਤਾਂ ਜਿਹੜੀ ਉੱਥੇ ਮੈਨੇਜਰ ਸੀ ਉਹਨੇ 911 ਕਾਲ ਕੀਤੀ ਮਦਦ ਲੈਣ ਦੇ ਲਈ। ਉਸ ਵਕਤ ਹਜੇ ਸ਼ੂਟਿੰਗ ਚੱਲ ਹੀ ਰਹੀ ਸੀ, ਤਾਂ ਜਦੋਂ ਉਹ ਹੌਲੀ-ਹੌਲੀ ਬੋਲ ਕੇ ਦੱਸ ਰਹੀ ਸੀ ਕਿ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ, ਤਾਂ ਦੂਜੇ ਪਾਸੇ ਜਿਹੜਾ 911 ਡਿਸਪੈਚਰ ਸੀ ਉਹਨਾਂ ਨੇ ਫੋਨ ਹੀ ਹੈਂਗ ਅਪ ਕਰਤਾ। ਜੀ, ਇਹ ਬਫਲੋ ਨਿਊਯਾਰਕ ਦੀ ਖਬਰ ਹੈ। ਉੱਥੇ ਇੱਕ ਨਸਲਵਾਦੀ ਗੋਰੇ ਨੇ ਪਹਿਲਾਂ ਸੁਪਰਮਾਰਕੀਟ ਤੇ ਆ ਕੇ ਰੈਕੀ ਕੀਤੀ, ਜਿੱਦਾਂ ਆਰਮੀ ਵਾਲੇ ਜਾਂਦੇ ਰਿਕੋਨੈਸੈਂਸ ਕਰਨ ਬਈ ਕਿੱਥੇ ਖੜਾ ਹੋ ਕੇ ਕਿੱਦਾਂ ਮਾਰਨੇ ਆ, ਉਹਦੀ ਗੱਲਬਾਤ ਕਰਦੇ ਆ। ਪਹਿਲਾਂ ਇਹਦੀ ਗੱਲ ਕਰਦੇ ਆ 911 ਦੀ ਖਬਰ। ਉਹਨੇ ਅੰਦਰ ਆ ਕੇ ਸੁਪਰਮਾਰਕੀਟ ਦੇ ਵਿੱਚ 10 ਬੰਦੇ ਮਾਰੇ ਉੱਥੇ। ਹਾਂਜੀ। ਤੇ ਉਹ ਬੰਦਾ ਅਜੇ ਅੰਦਰ ਹੀ ਸੀ, ਗਨ ਲੈ ਕੇ ਫਿਰਦਾ ਸੀ, ਆਟੋਮੈਟਿਕ ਗਨ ਸੀ ਉਹਦੇ ਕੋਲ। ਤੇ ਜਿਹੜੀ ਸੁਪਰਮਾਰਕੀਟ ਦੀ ਮੈਨੇਜਰ ਆ, ਉਹਨੇ ਫਿਰ ਫੜ ਕੇ ਲੋਕੇ ਕਿਤੇ ਥੱਲੇ ਬੈਠ ਕੇ ਫੋਨ ਕੀਤਾ 911 ਕਿ ਪਲੀਜ਼ ਭੇਜੋ ਇੱਥੇ, ਸਾਨੂੰ ਲੋੜ ਹੈ। ਕਿਉਂਕਿ ਇੱਥੇ ਉਹ ਵਿਸਪਰ, ਹੁਣ ਤੁਸੀਂ ਇਦਾਂ ਹੌਲੀ ਹੌਲੀ ਕਹੋਗੇ, ਤੁਸੀਂ ਸ਼ਾਊਟ ਤਾਂ ਨਹੀਂ ਕਰ ਸਕਦੇ, ਰੌਲਾ ਤਾਂ ਨਹੀਂ ਪਾ ਸਕਦੇ ਜੀ, ਕਿਉਂਕਿ ਉਹ ਬੰਦਾ ਤੁਰੇ ਫਿਰਦਾ ਉੱਥੇ ਜੀ। ਉਹ ਕਹਿੰਦੀ ਵੀ ਮੈਂ ਵਿਸਪਰ ਕਰਦੀ ਸੀ, ਜਿੱਦਾਂ ਅਸੀਂ ਹੌਲੀ ਹੌਲੀ ਬੋਲਦੀ ਸੀ। ਤੇ ਉਹ ਜਿਹੜੀ ਮੋਹਰੇ 911 ਵਾਲੀ ਡਿਸਪੈਚਰ ਹੈ, ਤੇ ਉਹ ਕਹਿੰਦੀ ਤੂੰ ਵਿਸਪਰ ਕਿਉਂ ਕਰਦੀ? ਹਾਂਜੀ। ਉਹ ਕਹਿੰਦੀ ਕਿ ਜਿਹੜਾ ਗਨਮੈਨ ਜਿਹਨੇ ਸ਼ੂਟ ਕੀਤਾ ਆ ਉਹ ਇੱਥੇ ਮੇਰੀ ਸੁਪਰਮਾਰਕੀਟ ਦੇ ਵਿੱਚ ਹੀ ਤੁਰਿਆ ਫਿਰਦਾ ਹਜੇ ਜੀ, ਇਸ ਕਰਕੇ ਮੈਂ ਹੌਲੀ ਬੋਲਦੀ ਹਾਂ। ਤੇ ਇੰਨੇ ਚਿਰ ਚ ਉਹ ਕਹਿੰਦੀ ਹੱਥ ਉਹਦੇ ਕੰਬਦੇ ਸੀ ਵਿਚਾਰੀ ਦੇ, ਉਹਦਾ ਫੋਨ ਥੱਲੇ ਡਿੱਪਿਆ ਜੀ। ਤੇ ਉਹਨੇ ਸੁਣ ਲਿਆ, ਉਹਨੇ ਚੱਕਿਆ ਜਦੋਂ ਫੋਨ, ਤੇ 911 ਵਾਲੇ ਡਿਸਪੈਚਰ ਨੇ ਉਹਦਾ ਫੋਨ ਕੱਟ ਕਰਤਾ ਜੀ। ਤੇ ਹੁਣ ਉਹ ਜਿਹੜੀ ਡਿਸਪੈਚਰ ਹੈ ਉਹਨਾਂ ਨੇ ਕੱਢਿਆ ਉਹਨੂੰ ਕੰਮ ਤੋਂ। ਉਹਨੂੰ ਜੇ ਤਾਂ ਵੈਸੇ ਉਹ ਲੀਵ ਤੇ ਔਨ ਲੀਵ ਆ, ਪਰ ਲੱਗਦਾ ਕਿ ਉਹਨੂੰ ਇਵੈਂਚੁਅਲੀ ਕੱਢਣਗੇ। ਹਾਂਜੀ। ਪਰ ਇਹਦੀ ਇੱਕ ਗੰਭੀਰ ਇਸ਼ੂ ਇਹ ਆ ਕਿ ਜਿੰਨੇ ਵੀ ਉੱਥੇ ਰੇਸਿਸਟ ਗਰੁੱਪਸ ਆ, ਉਹਨਾਂ ਨੂੰ ਮੌਕਾ ਮਿਲਿਆ ਆ। ਇੱਕ ਰੇਸ ਰਿਲੇਸ਼ਨ ਦੇ ਪ੍ਰੋਫੈਸਰ ਸੀ ਉਸ ਇਲਾਕੇ ਦੇ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ, ਦੋ ਗੱਲਾਂ ਕੀਤੀਆਂ ਐਕਚੁਅਲੀ ਉਹਨਾਂ ਨੇ। ਕਿ ਇੱਕ ਤਾਂ ਦੇਖੋ, ਇੱਕ ਬੰਦਾ ਨਸਲਵਾਦੀ ਆ, ਇੱਕ ਨਸਲਵਾਦੀ ਤੌਰ ਤੇ ਉਹ ਕਾਲਿਆਂ ਦੇ ਇਲਾਕੇ 'ਚ ਆ ਕੇ ਕਾਲਿਆਂ ਨੂੰ ਮਾਰਨਾ ਚਾਹੁੰਦਾ ਸੀ। ਕਾਲੇ ਮਾਰੇ ਉਹਨੇ ਜ਼ਿਆਦਾ, 2 ਵੈਸੇ ਗੋਰੇ ਵੀ ਮਰ ਗਏ ਉਹਨਾਂ ਦੇ ਵਿੱਚ। ਤੇ ਉਹ ਆਇਆ ਉੱਥੇ, ਉਸ ਸੁਪਰਮਾਰਕੀਟ ਦੀਆਂ ਫੋਟੋ ਲੈ ਕੇ ਗਿਆ, ਪਹਿਲਾਂ ਦੇਖ ਕੇ ਗਿਆ ਆਲਾ ਦੁਆਲਾ। ਉਹਨੂੰ ਸਿਰਫ ਸਿਕਿਉਰਿਟੀ ਆਫਿਸਰ ਨੇ ਜਿਹੜਾ ਉੱਥੇ ਤੁਰਿਆ ਫਿਰਦਾ ਸੀ, ਉਹਨੇ ਇਹ ਕਿਹਾ ਵੀ ਚੱਲ ਜਾ ਇੱਥੋਂ, ਕੁਛ ਨਹੀਂ ਕਿਹਾ। ਤੇ ਉਹ ਪ੍ਰੋਫੈਸਰ ਕਹਿੰਦਾ ਕਿ ਜੇ ਇਹ ਬੰਦਾ ਮੁਸਲਮਾਨ ਹੁੰਦਾ ਜਾਂ ਕਾਲਾ ਹੁੰਦਾ, ਜੇ ਕਿਤੇ ਇਦਾਂ ਫੋਟੋ ਲੈਂਦਾ ਫਿਰਦਾ ਜਿੱਦਾਂ ਦੀਆਂ ਉਹਦੇ ਤੇ ਜੋ ਵੀ ਪਹਿਲਾਂ ਗੱਲਾਂ ਕਰਦਾ ਰਿਹਾ, ਇਹ ਤੇ ਜ਼ਰੂਰ FBI ਵਾਲਿਆਂ ਨੇ ਇਨਵੈਸਟੀਗੇਸ਼ਨ ਕਰਨੀ ਸੀ ਜਾਂ ਕੋਈ ਬੰਦਾ ਲਾ ਦੇਣਾ ਸੀ। ਕਿਉਂਕਿ ਉਹਦਾ ਜਿਹੜਾ ਬੰਦਾ ਫੋਟੋ ਲੈ ਰਿਹਾ, ਰਿਕੋਨੈਸੈਂਸ ਕਰ ਰਿਹਾ ਹੈ, ਉਹਨੇ ਕੋਈ ਨਾ ਕੋਈ ਐਕਸ਼ਨ ਕਰਨਾ ਹੋਣਾ, ਤਾਂ ਹੀ ਤਾਂ ਕਰ ਰਿਹਾ ਉਹ। ਹਾਂਜੀ। ਵੈਸੇ ਤਾਂ ਸੁਪਰਮਾਰਕੀਟ ਦੀ ਫੋਟੋ ਨਹੀਂ ਕੋਈ ਲੈਣ ਜਾਂਦਾ ਜੀ। ਤੇ ਉਹ ਕਹਿੰਦਾ ਕਿ ਜਿਹੜੇ ਵਾਈਟ ਕ੍ਰਿਸਚੀਅਨ ਨਸਲਵਾਦੀ ਬੰਦੇ ਆ, ਇਹਨਾਂ ਬਾਰੇ ਸਾਡੀ ਪੁਲਿਸ ਨੂੰ, ਸਾਡੀ FBI ਨੂੰ ਕੋਈ ਫਿਕਰ ਨਹੀਂ, ਮਤਲਬ ਉਹਨਾਂ ਨੂੰ ਖੁੱਲ੍ਹੇ ਛੱਡਿਆ ਹੈ, ਤੁਸੀਂ ਕੁਝ ਵੀ ਕਰ ਸਕਦੇ। ਜੇ ਤੁਸੀਂ ਰੰਗਦਾਰ ਬੰਦੇ ਆ, ਕਾਲੇ ਬੰਦੇ ਆ, ਹਿਸਪੈਨਿਕ ਬੰਦੇ ਆ ਜਾਂ ਮੁਸਲਮਾਨ ਆ, ਉਹ ਕਹਿੰਦਾ, ਤੇ ਉਹਨਾਂ ਦਾ ਰਵੱਈਆ ਹੋਰ ਹੋਣਾ ਸੀ। ਅੱਛਾ, ਫਿਰ ਤੁਸੀਂ ਦੇਖੋ, ਉਹਨਾਂ ਦੀ ਵੀਡੀਓ ਦੇਖ ਲਿਓ ਸਾਰੇ ਜਾਣੇ, ਤੁਸੀਂ ਦੇਖ ਲਿਓ ਕਿ ਜਦੋਂ ਉਹਨੂੰ ਫੜਦੇ ਆ ਨਾ ਬੰਦੇ ਨੂੰ, 18 ਸਾਲਾਂ ਦਾ ਨੌਜਵਾਨ ਹੈ ਉਹ। ਹਾਂਜੀ। ਤੇ ਉਹਦਾ ਇੱਕ ਹੱਥ ਫੜਿਆ ਇੱਕ ਪੁਲਿਸ ਆਫਿਸਰ ਨੇ,
ਦੂਜਾ ਉਹਨੂੰ ਜਿੱਦਾਂ ਸਿਰ ਤੇ ਹੱਥ ਰੱਖ ਕੇ ਥੱਲੇ ਨੂੰ ਕਰਦੇ ਹੁੰਦੇ ਆ ਵੀ ਤੂੰ ਕਾਰ 'ਚ ਬੈਠ। ਬੜੇ ਪਿਆਰ ਨਾਲ ਉਹਨੂੰ ਮਤਲਬ ਬਿਠਾ ਰਹੇ ਆ ਕਾਰ ਦੇ ਵਿੱਚ। ਉਸ ਬੰਦੇ ਨੇ 10 ਬੰਦੇ ਮਾਰੇ ਉਹਨਾਂ ਦੇ ਸਾਹਮਣੇ, ਪਈਆਂ ਲਾਸ਼ਾਂ ਉਹਨਾਂ ਦੀਆਂ। ਹਾਂਜੀ। ਤੇ ਹੁਣ ਉਹਨੂੰ ਕੰਪੇਅਰ ਕਰੋ ਜਾਰਜ ਫਲੋਇਡ ਜਿਹੜਾ ਸੀ ਕਾਲਾ ਮਾਰਿਆ। ਹਾਂਜੀ। ਇੱਕ ਸੁਪਰਮਾਰਕੀਟ ਦੇ ਵਿੱਚ ਉਹ ਗਿਆ ਤਾਂ ਉਹਨੇ ਕੋਈ ਸਮਾਨ ਖਰੀਦਿਆ ਤੇ ਉਹ ਜਿਹੜਾ ਮਾਰਕੀਟ ਦਾ ਕਲਰਕ ਸੀ ਉੱਥੇ ਟੈਲਰ ਸੀਗਾ, ਟੈਲ ਤੇ ਖੜਾ, ਉਹ ਕਹਿੰਦਾ ਕਿ $20 ਜਿਹੜੇ ਮੈਨੂੰ ਦੇ ਰਿਹਾ ਸੀ ਇਹ ਨਕਲੀ ਆ। ਹਾਂਜੀ। ਉਹ ਮਤਲਬ ਉਹਨੇ ਕਿਹਾ ਹੋਣ ਜਾਂ ਨਾ ਹੋਣ ਜੁਦੀ ਗੱਲ ਹੈ ਜੀ। ਉਹਨੇ 911 ਕਾਲ ਕੀਤਾ, ਪੁਲਿਸ ਸੱਦ ਲਈ ਕਿ ਇਹ ਮੈਨੂੰ ਨਕਲੀ $20 ਦੇ ਰਿਹਾ। ਪੁਲਿਸ ਵਾਲੇ ਨੇ ਆ ਕੇ ਉਹਨੂੰ ਬੰਦੇ ਨੂੰ ਫੜ ਲਿਆ ਤੇ ਉਹਦੀ ਧੌਣ ਤੇ ਗੋਡਾ ਰੱਖ ਦਿੱਤਾ। ਹਾਂਜੀ। ਥੱਲੇ ਸੱਟ ਕੇ। ਤੇ ਉਹ ਬੰਦਾ ਥੱਲੇ ਬੈਠਾ ਜਿਹਦੀ ਆਲੇ ਦੁਆਲੇ ਵਾਲੇ ਵੀਡੀਓ ਬਣਾ ਰਹੇ ਆ, ਉਹ ਕਹਿੰਦਾ ਮੈਨੂੰ ਸਾਹ ਨਹੀਂ ਆਉਂਦਾ। ਹਾਂਜੀ। ਉਹਨੇ ਇਹ ਕਿਹਾ ਪੁਲਿਸ ਵਾਲੇ ਨੂੰ, ਉਹਨੇ ਉਹਦੀ ਗੱਲ ਨਹੀਂ ਸੁਣੀ, ਔਰ ਗੋਡੇ ਨੇ ਉਹਨੂੰ ਮਾਰ ਦਿੱਤਾ ਐਕਚੁਅਲੀ। ਹਾਂਜੀ। ਜਾਰਜ ਇੱਕ ਬੰਦਾ ਜਿਹੜਾ $20, ਜੇ ਤੁਸੀਂ ਕਹਿ ਵੀ ਰਹੇ ਸੱਚੀ ਗੱਲ ਹੈ ਜਾਂ ਝੂਠੀ ਗੱਲ ਹੈ, ਉਹ ਤਾਂ ਪਤਾ ਲੱਗਣਾ ਬਾਅਦ ਦੇ ਵਿੱਚ ਨਾ ਕਿ ਉਹ ਸੱਚੇ $20 ਸੀ ਜਾਂ ਨਕਲੀ $20 ਸੀ। ਉਹਨਾਂ $20 ਦੀ ਖਾਤਰ ਤਾਂ ਇੱਕ ਬੰਦਾ ਮਾਰਤਾ। ਹਾਂਜੀ। ਇਸ ਬੰਦੇ ਨੇ 10 ਬੰਦੇ ਮਾਰੇ, ਉਹਨੂੰ ਪਿਆਰ ਦੇ ਨਾਲ ਕਾਰ 'ਚ ਬਿਠਾ ਰਹੇ। ਹਾਂਜੀ। ਮਤਲਬ ਫਰਕ ਤਾਂ ਹੈ ਨਾ, ਬਹੁਤ ਜ਼ਿਆਦਾ ਫਰਕ ਆ। ਇੱਕ ਤਾਂ ਉਹਨੂੰ ਫੜਿਆ ਨਹੀਂ, ਪਹਿਲਾਂ ਰੈਕੀ ਕਰਦਾ ਗਿਆ ਉਹ। ਹਾਂਜੀ। ਦੂਸਰਾ ਜਿਹੜੀ ਡਿਸਪੈਚਰ ਆ ਉਹ ਧਿਆਨ ਹੀ ਨਹੀਂ ਦੇ ਰਹੀ ਜੀ। ਤੀਸਰਾ ਉਹਨੂੰ ਫੜ ਕੇ ਇਸ ਤਰ੍ਹਾਂ ਲਿਆ ਰਹੇ ਆ ਵੀ ਇਹਨੇ ਕੋਈ ਖਾਸ ਕੰਮ ਨਹੀਂ ਕੀਤਾ, 10 ਬੰਦੇ ਹੀ ਮਾਰੇ। ਹਾਂਜੀ। ਹਾਂਜੀ। ਤੇ ਜਿਹਨੇ $20 ਦੀ ਗੱਲ ਕੀਤੀ ਉਹਨੂੰ ਧੌਣ ਤੇ ਗੋਡਾ ਦੇ ਕੇ ਮਾਰ ਦਿੱਤਾ ਹੈ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਜ਼ਿਆਦਾ ਵੱਡਾ ਫਰਕ ਹੈਗਾ ਇਹ ਦੋਨਾਂ ਜਿਹੜੀਆਂ ਇਨਸੀਡੈਂਟਸ ਆ। ਜਦੋਂ ਆਪਾਂ ਵੀਡੀਓ ਦੇਖਦੇ ਆ ਤਾਂ ਸਾਹਮਣੇ ਆਉਂਦਾ। ਡਾਕਟਰ ਸਾਹਿਬ, ਕੋਵਿਡ-19 ਦੇ ਨਵੇਂ ਵੇਰੀਐਂਟਸ ਸਾਹਮਣੇ ਆਉਂਦੇ ਰਹੇ ਆ ਤੇ ਹੁਣ ਲੌਂਗ ਲਾਸਟਿੰਗ ਜਿਹੜਾ ਹੈਗਾ ਕੋਈ ਵੀ ਵੈਕਸੀਨ ਸਾਹਮਣੇ ਨਹੀਂ ਆਇਆ। ਸਾਇੰਟਿਸਟ ਲੱਗੇ ਹੋਏ ਆ ਇਹਦੇ ਉੱਪਰ, ਇੱਕ ਨਵੀਂ ਰਿਪੋਰਟ ਆਈ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸਿਹਤ ਵਿਗਿਆਨੀ ਆ ਉਹਨਾਂ ਦੀ ਇਹ ਇਸ਼ੂ ਆ ਉਹਨਾਂ ਨੇ ਬਣਾਈ, ਜਿਹੜੇ ਇੰਡੀਪੈਂਡੈਂਟ ਆ, ਜਿਹੜੇ ਫਾਰਮਾਸਿਊਟੀਕਲ ਕੰਪਨੀਆਂ ਨੇ ਨਹੀਂ ਕੰਮ ਕਰਦੇ। ਉਹ ਕਹਿੰਦੇ ਕਿ ਜਦੋਂ ਪਹਿਲਾਂ ਫਾਈਜ਼ਰ ਨੇ ਕੱਢਿਆ, ਮੋਡਰਨਾ ਨੇ ਕੱਢਿਆ, ਪਹਿਲਾਂ ਆਏ ਨਾ ਵੈਕਸੀਨਸ, ਉਦੋਂ ਤਾਂ ਉਹਨਾਂ ਤੇ ਜ਼ੋਰ ਪਾਇਆ ਸੀ ਵੀ ਤੁਸੀਂ ਛੇਤੀ ਕੋਈ ਸਾਨੂੰ ਵੈਕਸੀਨ ਦਿਓ। ਹਾਂਜੀ। ਜਿਹਦੇ ਨਾਲ ਐਂਟੀਬਾਡੀਜ਼ ਬਣ ਜਾਣ ਤਾਂ ਕਿ ਬੰਦੇ ਮਰਨੋਂ ਹਟਣ। ਚਲੋ, ਉਹ ਕਹਿੰਦੇ ਕਿ ਠੀਕ ਹੈ, ਅਸੀਂ ਸਮਝਦੇ ਹਾਂ ਕਿ ਪ੍ਰੈਸ਼ਰ ਪਾਇਆ ਸੀ ਔਰ ਇਹਨਾਂ ਨੇ ਛੇਤੀ ਵੈਕਸੀਨ ਕੱਢ ਲਈ ਤੇ ਉਹਦੇ ਨਾਲ ਖੈਰ ਫਾਰਮਾਸਿਊਟੀਕਲ ਇੰਡਸਟਰੀ ਨੂੰ ਫਾਇਦਾ ਵੀ ਹੋਇਆ। ਹਾਂਜੀ। ਹੁਣ ਉਹ ਕਹਿੰਦੇ ਕਿ ਸਾਲ ਹੋ ਗਿਆ, ਉਹ ਜਿਹੜੀਆਂ ਵੈਕਸੀਨਸ ਬਣਾਈਆਂ ਆ ਉਹ ਮੁੜ ਕੇ ਦੱਸੀ ਜਾਂਦੇ ਕਿ ਇਹ ਬਸ 3 ਮਹੀਨਿਆਂ ਬਾਅਦ ਐਂਟੀਬਾਡੀਜ਼ ਖਤਮ ਹੋ ਜਾਂਦੀਆਂ। ਹਾਂਜੀ। ਹੁਣ ਸਾਨੂੰ BCG ਦਾ ਟੀਕਾ ਲਾਇਆ ਹੈ ਛੋਟਿਆਂ ਹੁੰਦਿਆਂ ਨੂੰ, ਉਹ ਅਜੇ ਤਾਈਂ ਕਾਇਮ ਆ। ਜੇ ਅੱਜ ਵੀ ਅਸੀਂ ਜੇ ਟੈਸਟ ਕਰਾਉਨੇ ਆ ਤਾਂ TB ਦਾ ਟੈਸਟ ਸਾਡੇ ਆ ਜਾਂਦਾ ਸਾਹਮਣੇ। ਹਾਂਜੀ। ਉਹ ਇਸ ਕਰਕੇ ਆਉਂਦਾ ਕਿ ਜਦੋਂ ਅਸੀਂ 7ਵੀਂ 8ਵੀਂ 'ਚ ਪੜ੍ਹਦੇ ਸੀ ਉਸ ਵੇਲੇ BCG ਦਾ ਟੀਕਾ ਲੱਗਾ ਸੀ ਜੀ। ਜੇ ਉਹ ਵੈਕਸੀਨ ਇੰਨਾ ਚਿਰ ਸਾਡੇ ਅੰਦਰ ਰਹਿ ਸਕਦੀ ਆ ਤੇ ਇਹ ਵੈਕਸੀਨ ਕਿੱਦਾਂ ਦੀ ਹੈ ਜਿਹੜੀ 3 ਮਹੀਨੇ ਅੰਦਰ ਰਹਿੰਦੀ ਹੈ? ਹਾਂਜੀ। ਤੇ ਉਹ ਕਹਿੰਦੇ ਕਿ ਇੱਕ ਤਾਂ ਸਿੱਧੀ ਗੱਲ ਹੈ ਕਿ ਫਾਰਮਾਸਿਊਟੀਕਲ ਇੰਡਸਟਰੀ ਨੂੰ ਇਹ ਫਾਇਦਾ ਹੁੰਦਾ ਹੈ ਕਿ ਹੁਣ ਜਿੱਦਾਂ ਫਾਈਜ਼ਰ ਵਾਲਿਆਂ ਨੇ ਇਹਨਾਂ ਨੂੰ CDC ਨੂੰ ਕਿਹਾ ਕਿ ਜਿੱਦਾਂ ਸਾਡੇ ਲਾਉਂਦੇ ਸੀ ਫਲੂ ਸ਼ਾਟਸ, ਇਸੇ ਤਰ੍ਹਾਂ ਹਰ ਸਾਲ ਦੇ ਵਿੱਚ ਇੱਕ ਸ਼ਾਟ ਸਾਡੇ ਵੈਕਸੀਨ ਇਹ ਲਾਇਆ ਕਰਨਗੇ ਜੀ ਕੋਵਿਡ ਤੋਂ। ਪਹਿਲਾਂ ਦੇਖੋ ਕਹਿੰਦੇ ਸੀ ਵੀ 1 ਡੋਜ਼ ਹੀ ਐਨਫ ਹੈਗੀ ਆ, ਫਿਰ ਇਹਨਾਂ ਨੇ 2 ਕਹਿਤੀਆਂ, ਉਸ ਤੋਂ ਬਾਅਦ ਫਿਰ ਬੂਸਟਰ ਸ਼ਾਟ ਆ ਗਿਆ, ਹੁਣ ਇੱਕ ਹੋਰ ਪੈਂਦੇ ਬੂਸਟਰ ਸ਼ਾਟ। ਹਾਂਜੀ। ਚੌਥਾ ਆਉਣ ਲੱਗਾ ਜੀ। ਉਹਦੇ ਤੇ ਹਜੇ ਵਾਦ-ਵਿਵਾਦ ਚੱਲਦਾ ਆ ਕਿ ਚੌਥਾ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ। ਫਿਰ ਉਹ ਕਹਿੰਦੇ ਕਿ ਇਸ਼ੂ ਇਹ ਆ ਕਿ ਜਿੰਨੀਆਂ ਵੀ ਯੂਨੀਵਰਸਿਟੀਜ਼ ਹੈ ਸਾਡੇ ਇੱਥੇ, ਉਹਨਾਂ ਵਿੱਚ ਸਰਕਾਰੀ ਪੈਸਾ ਘਟ ਰਿਹਾ। ਜੇ ਤੁਸੀਂ ਇੰਡੀਪੈਂਡੈਂਟ ਖੋਜ ਕਰਨੀ ਹੈ ਨਾ, ਫਿਰ ਤਾਂ ਤੁਹਾਨੂੰ ਸਰਕਾਰ ਨੂੰ ਪੈਸੇ ਦੇਣੇ ਚਾਹੀਦੇ ਆ। ਹਾਂਜੀ। ਹੁਣ ਸਰਕਾਰ ਵੱਲੋਂ ਪੈਸੇ ਘਟੀ ਜਾਂਦੇ ਆ ਤਾਂ ਫਾਰਮਾਸਿਊਟੀਕਲ ਇੰਡਸਟਰੀ ਪੈਸੇ ਦਿੰਦੀ ਹੈ ਜੀ। ਤੇ ਜੇ ਫਾਰਮਾਸਿਊਟੀਕਲ ਇੰਡਸਟਰੀ ਪੈਸੇ ਦਿੰਦੀ ਆ ਤਾਂ ਉਹਨਾਂ ਦਾ ਹਿੱਤ ਬਣਦਾ ਹੈ ਕਿ ਉਦਾਂ ਦੀ ਚੀਜ਼ ਦਿਓ ਜਿਹਦੇ ਨਾਲ ਨਾ ਬਿਮਾਰੀ ਲੱਗੇ ਤਾਂ ਨਾ ਹਟੇ। ਹਾਂਜੀ।
ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਤੁਹਾਨੂੰ ਦਿੰਦੀ ਆ, ਦਵਾਈਆਂ ਦਿੰਦੀ ਆ, ਉਹ ਡਾਇਬੀਟੀਜ਼ ਤੋਂ ਫਲਾਣੇ, ਇਹ ਹਰ ਇੱਕ ਚੀਜ਼ ਇਹ ਹਟਾਉਣੀ ਥੋੜ੍ਹਾ ਚਾਹੁੰਦੇ ਜੀ। ਇਹ ਤਾਂ ਇਹ ਚਾਹੁੰਦੇ ਕਿ ਤੁਸੀਂ ਖਾਈ ਚੱਲੋ। ਤੇ ਸਾਡੇ ਡਾਇਬੀਟੀਜ਼ ਦਾ ਪਹਿਲਾਂ ਹੁੰਦਾ ਸੀ 6.2, ਹਾਂਜੀ, ਇਹਨੂੰ ਸਟੈਂਡਰਡ ਮੰਨਿਆ ਜਾਂਦਾ ਸੀ। ਫਿਰ ਫਾਰਮਾਸਿਊਟੀਕਲ ਇੰਡਸਟਰੀ ਨੇ ਇਹਨਾਂ ਤੇ ਪ੍ਰੈਸ਼ਰ ਲੌਬੀ ਕਰਕੇ 5.7 ਤੇ ਲੈ ਆਏ ਉਹਨੂੰ। ਹੁਣ ਉਹਨਾਂ ਨੂੰ ਕਹਿੰਦੇ ਆ ਜੇ 5.7 ਤੋਂ ਵੱਧ ਜਾਂਦਾ 5.7 ਕਹਿੰਦੇ, 5.7 ਕਹਿ ਲਓ ਪੰਜਾਬੀ 'ਚ, ਹਾਂਜੀ, ਤੇ ਫਿਰ ਉਹਨੂੰ ਕਹਿੰਦੇ ਆ ਪ੍ਰੀ ਡਾਇਬੈਟਿਕ। ਯੂਰਪੀਅਨ ਯੂਨੀਅਨ ਦੀ ਇੱਕ ਸਟੱਡੀ ਆਈ ਹੈ, ਉਹ ਕਹਿੰਦੇ ਕਿ ਆਹ ਸਭ ਤੋਂ ਵੱਡਾ ਫਰਾਡ ਆ। ਕੋਈ ਵੀ ਬੰਦਾ ਪ੍ਰੀ ਡਾਇਬੈਟਿਕ ਕੋਈ ਨਹੀਂ ਹੁੰਦਾ। ਜੇ ਉਹਨਾਂ ਦੀ 6.2 ਤੋਂ ਥੱਲੇ ਆ, ਉਹਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਤੁਸੀਂ ਆਪਣੀ ਸਿਹਤ ਠੀਕ ਰੱਖੋ। ਇਹਦਾ ਨਾ ਵੀ ਸਵੇਰੇ ਸ਼ਾਮ ਰਸਗੁੱਲੇ ਖਾਈ ਚੱਲੋ। ਹਾਂਜੀ, ਮਤਲਬ ਤੁਸੀਂ ਧਿਆਨ ਦੇ ਨਾਲ ਖਾਓ, ਧਿਆਨ ਦੇ ਨਾਲ ਆਪਣੀ ਐਕਸਰਸਾਈਜ਼ ਕਰੋ। ਇਹਦੇ ਵਿੱਚ ਗੋਲੀਆਂ ਖਾਣ ਦੀ ਕੋਈ ਲੋੜ ਨਹੀਂ ਹੈ ਜੀ। ਪਰ ਫਾਰਮਾਸਿਊਟੀਕਲ ਇੰਡਸਟਰੀ ਨੇ ਉਦੋਂ ਹੀ ਬਿਆਨ ਦੇ ਦਿੱਤਾ, ਕਹਿੰਦੇ ਇਹਨਾਂ ਨੇ ਸਟੱਡੀ ਗਲਤ ਕੀਤੀ ਹੈ, ਗੋਲੀਆਂ ਤਾਂ ਖਾਣੀਆਂ ਹੀ ਚਾਹੀਦੀਆਂ ਜੀ। ਸੋ ਹੁਣ ਇਸੇ ਵੈਕਸੀਨ ਤੇ ਵੀ ਇਹ ਇਸ਼ੂ ਆ ਗਈ ਆ ਕਿ ਜਾਣਬੁੱਝ ਕੇ ਛੋਟੇ, ਮਤਲਬ 3 ਮਹੀਨਿਆਂ ਲਈ, 4 ਮਹੀਨੇ ਲਈ, ਇਹ ਕਿਹੜੀ ਵੈਕਸੀਨ ਨੇ? ਹਾਂਜੀ, ਤੁਸੀਂ ਲੌਂਗ ਟਰਮ ਕਿਉਂ ਨਹੀਂ ਬਣਾ ਸਕਦੇ? 1 ਸਾਲ ਹੋ ਗਿਆ ਪਹਿਲੀ ਵੈਕਸੀਨ ਆਈ ਨੂੰ, ਤੇ ਹੁਣ ਕਿਹੜੀ ਚੀਜ਼ ਆ ਜਿਹੜੀ ਹੋਲਡ ਕਰ ਰਹੀ ਹੈ ਇਹਨਾਂ ਨੂੰ? ਹਾਂਜੀ, ਤੇ ਉਹ ਇਹ ਸਾਇੰਟਿਸਟ ਇਹ ਕਹਿੰਦੇ ਕਿ ਸਰਕਾਰ ਵੱਲੋਂ ਕੀ ਹੋਇਆ ਪੈਸੇ ਨੂੰ? ਜੇ ਯੂਨੀਵਰਸਿਟੀ ਦੇ ਵਿੱਚ ਖੋਜੀ ਹੈਗੇ ਆ, ਉਹਨਾਂ ਨੂੰ ਸਰਕਾਰਾਂ ਪੈਸਾ ਦੇਣ। ਸਰਕਾਰਾਂ ਦੀ ਬਜਾਏ ਫਾਰਮਾਸਿਊਟੀਕਲ ਇੰਡਸਟਰੀ ਪੈਸੇ ਦੇ ਰਹੀ ਉਹਨਾਂ ਨੂੰ। ਹਾਂਜੀ, ਤਾਂ ਉਹਨਾਂ ਦਾ ਹਿੱਤ ਇਹ ਆ ਕਿ ਸ਼ਾਰਟ ਟਰਮ ਹੋਵੇ। ਸ਼ਾਰਟ ਟਰਮ, ਹਾਂਜੀ, ਬਿਲਕੁਲ। ਤੇ ਇਹਦੇ ਨਾਲ ਹੀ ਤੁਸੀਂ ਅੱਜ ਦਾ ਵਿਚਾਰ ਦੱਸਤਾ ਜੀ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈਗਾ ਕਿ ਘਰ ਖਰੀਦਣ ਤੋਂ ਪਹਿਲਾਂ ਗੁਆਂਢ ਦਾ ਪਤਾ ਜ਼ਰੂਰ ਕਰੋ। ਵਾਕਿਆ ਹੀ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045959191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।